ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਪਿਸ਼ੌਰਾ ਸਿੰਘ ਪੰਨੂ ਤਹਿ ਦਿਲੋਂ ਸਵਾਗਤ ਕਰਦਾ ਹਾਂ। ਅੱਜ ਅਸੀਂ ਧਰਤੀ ਦੇ ਪੁੱਤਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ, ਤੇ ਇਸ ਸੰਬੰਧੀ ਅਸੀਂ ਅੱਜ ਕੱਲ ਝੋਨੇ ਦੀ ਫਸਲ ਜਿਹੜੀ ਆ ਉਸ ਦੇ ਵਿਸ਼ੇ ਦੇ ਉੱਤੇ ਜਿਹੜੀ ਆ ਸਾਰੀ ਗੱਲਬਾਤ ਕਰਾਂਗੇ ਤੇ ਜਾਣਕਾਰੀ ਹਾਸਲ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਖੇਤੀਬਾੜੀ ਦੇ ਸਹਾਇਕ ਬਲਾਕ ਵਿਕਾਸ ਅਧਿਕਾਰੀ ਸਾਡੇ ਨਾਲ ਸਰਦਾਰ ਗੁਰਦੀਪ ਸਿੰਘ ਇਸ ਵਕਤ ਹਾਜ਼ਰ ਨੇ, ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਖੁੱਲ ਕੇ ਵਿਚਾਰ ਚਰਚਾ ਕਰਦੇ ਆ ਕਿ ਝੋਨੇ ਦੀ ਫਸਲ ਜਿਹੜੀ ਆ ਉਹ ਇਸ ਵਕਤ ਜਿਹੜੀ ਆ ਉਹ ਕਿਸ ਸਟੇਜ ਤੇ ਪਹੁੰਚ ਚੁੱਕੀ ਆ ਤੇ ਉਹਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ। ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਜੀ ਸਵਾਗਤ ਆ ਸਰ। ਬਹੁਤ ਬਹੁਤ ਧੰਨਵਾਦ ਜੀ ਸਰਦਾਰ ਪਿਸ਼ੌਰਾ ਸਿੰਘ ਪੰਨੂ ਅਤੇ ਗਰਾਊਂਡ ਰਿਪੋਰਟ ਟੀਵੀ ਦੇ ਸਾਰੇ ਜਿੰਨੇ ਦਰਸ਼ਕ ਉਹਨਾਂ ਨੂੰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਆਪ ਸਭ ਦੇ ਰੂਬਰੂ ਹੋਣ ਲਈ। ਸ਼੍ਰੀਮਾਨ ਜੀ, ਜਿਹੜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਝੋਨੇ ਦੀ ਫਸਲ ਜਿਹੜੀ ਇਸ ਵਕਤ ਜਿਸ ਸਟੇਜ ਦੇ ਉੱਤੇ ਪਹੁੰਚ ਚੁੱਕੀ ਆ, ਇਹਨੂੰ ਹੁਣ ਖਾਦ ਜਾਂ ਹੋਰ ਕਿਹੜੀ ਕਿਹੜੀ ਖੁਰਾਕ ਦੀ ਕੋਈ ਜ਼ਰੂਰਤ ਹੈ ਜਾਂ ਬਸ ਇੱਥੇ ਹੀ ਰੋਕ ਦੇਣੀ ਚਾਹੀਦੀ? ਪੰਨੂ ਸਾਹਿਬ, ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ, ਕਿਉਂਕਿ ਅਕਸਰ ਕਿਸਾਨ ਜਿਹੜੇ ਆ ਉਹ ਖਾਸ ਕਰਕੇ ਜਿਹੜੀ ਇਹ ਖਾਦ ਨੇ ਯੂਰੀਆ, ਉਸ ਦੇ ਸੰਬੰਧ ਦੇ ਵਿੱਚ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵਹਿਮ ਚੱਲਦਾ ਰਹਿੰਦਾ ਵੀ ਜਿੰਨੀ ਅਸੀਂ ਜ਼ਿਆਦਾ ਯੂਰੀਆ ਪਾਵਾਂਗੇ ਉਸ ਦੇ ਨਾਲ ਸਾਡੀ ਫਸਲ ਦਾ ਰੰਗ ਜਾਂ ਝਾੜ ਵਧੂਗਾ। ਪਰ ਖੇਤੀਬਾੜੀ ਯੂਨੀਵਰਸਿਟੀ ਇਹ ਸਿਫਾਰਿਸ਼ ਕਰਦੀ ਆ ਵੀ ਕਿਸੇ ਵੀ ਖਾਸ ਕਰਕੇ ਝੋਨਾ ਜਾਂ ਬਾਸਮਤੀ ਜਦੋਂ ਵੀ ਤੁਸੀਂ ਇਹ ਵਿੱਚ ਯੂਰੀਆ ਪਾਉਣੀ ਆ ਤੇ ਜਿੰਨੀ ਵੀ ਯੂਰੀਆ ਦੀ ਡੋਜ਼ ਆ ਜੋ ਕਿ ਖੇਤੀਬਾੜੀ ਯੂਨੀਵਰਸਿਟੀ 110 ਕਿਲੋ ਯੂਰੀਆ ਝੋਨੇ ਦੇ ਵਿੱਚ ਅਤੇ 11-21 ਦੇ ਵਿੱਚ 36 ਕਿਲੋ ਤੇ 1509 ਦੇ ਵਿੱਚ 54 ਕਿਲੋ ਯੂਰੀਆ ਸਿਫਾਰਿਸ਼ ਕਰਦੀ ਹੈ। ਉਸ ਜਿਹੜੀ ਖਾਦ ਜਿੰਨੀ ਆ ਉਹ ਨਿਯਮਿਤ 40 ਤੋਂ 45 ਦਿਨਾਂ ਦੇ ਵਿੱਚ ਅਸੀਂ ਇਹ ਖਾਦ ਖਤਮ ਕਰਨੀ ਹੁੰਦੀ ਹੈ, ਅਤੇ ਜੇਕਰ ਅਸੀਂ ਇਹ ਖਾਦ ਨੂੰ ਥੋੜ੍ਹਾ ਲੇਟ ਲੈ ਕੇ ਜਾਂਦੇ ਹਾਂ ਤਾਂ ਉਸ ਦਾ ਫਾਇਦਾ ਸਾਨੂੰ ਘੱਟ ਮਿਲਦਾ, ਉਲਟਾ ਸਾਡੀ ਫਸਲ ਦੇ ਵਿੱਚ ਬਿਮਾਰੀਆਂ ਜਾਂ ਕੀੜਿਆਂ ਦਾ ਨਿਰੰਤਰ ਪ੍ਰਵਾਹ ਜ਼ਿਆਦਾ ਹੋ ਜਾਂਦਾ ਹੈ। ਸਰ, ਜਿਹੜੀ ਹੁਣ ਸਟੇਜ ਤੇ ਇਹ ਪਹੁੰਚ ਚੁੱਕੀ ਆ ਫਸਲ, ਕੀ ਹੁਣ ਮਤਲਬ ਜਿਹੜਾ ਵਾ ਇਹ ਖਾਦ ਜਿਹੜੀ ਆ ਬਿਲਕੁਲ ਇਹਦੀ ਵਰਤੋਂ ਨਹੀਂ ਕਰਨੀ ਚਾਹੀਦੀ? ਨਹੀਂ ਪੰਨੂ ਜੀ, ਇਸ ਟਾਈਮ ਤੇ ਜੇ ਝੋਨਾ ਤੁਹਾਡਾ 60 ਤੋਂ 65 ਦਿਨ ਤੇ ਆ ਗਿਆ ਹੋਇਆ ਤੇ ਇਸ ਵਿੱਚ ਕੋਈ ਕਿਸਮ ਦੀ ਖਾਦ ਖਾਸ ਕਰਕੇ ਯੂਰੀਆ, DAP ਜਾਂ ਸਲਫਰ ਕਿਸੇ ਤਰ੍ਹਾਂ ਦੇ ਜਿਹੜੇ ਕੋਈ ਵੱਡੇ ਤੱਤ ਨੇ ਇਹਨਾਂ ਦੀ ਸਪਰੇਅ ਜਾਂ ਛੱਟੇ ਨਾਲ ਇਹਨਾਂ ਵਿੱਚ ਨਹੀਂ ਵਰਤੋਂ ਕਰਨੀ ਚਾਹੀਦੀ। ਹੁਣ ਸਰ, ਇਹ ਜਿਹੜੀ ਫਸਲ ਆ ਇਹ ਲਗਭਗ ਹੁਣ ਨਸਾਰੇ ਦੇ ਉੱਤੇ ਜਿਹੜੀ ਆ ਪਹੁੰਚ ਚੁੱਕੀ ਆ, ਨਾਲੀਆਂ ਜਿਹੜੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ। ਕੀ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਜਿਹੜਾ ਇਹ ਨਸਾਰਾ ਆ, ਇਹ ਜਿਹੜੇ ਦਾਣੇ ਆ ਉਹ ਦਾਗੀ ਨਾ ਪੈਣ ਤੇ ਜਿਹੜੇ ਦਾਣੇ ਆ ਉਹ ਚੰਗਾ ਨਸਾਰਾ ਆਵੇ? ਪੰਨੂ ਸਾਹਿਬ, ਜਿਹੜੀ ਵੀ ਤੁਸੀਂ ਕਿਸਾਨ ਭਰਾਵਾਂ ਨਾਲ ਜਿਹੜੀ ਵੀ ਝੋਨੇ ਦੀ ਕਿਸਮ ਲਾਈ ਆ, ਖਾਸ ਕਰਕੇ ਸਾਡੇ ਇਸ ਏਰੀਆ 'ਚ PR 114 ਜਾਂ PR 121 ਲੱਗੀ ਆ, ਜਿਹੜੀ ਕਿ ਤਕਰੀਬਨ 60 ਤੋਂ 65 ਦਿਨਾਂ ਦੇ ਵਿੱਚ ਗੋਭ ਵਿੱਚ ਆ ਜਾਂਦੀ ਹੈ। ਇਸ ਟਾਈਮ ਤੇ ਕਿਸਾਨ ਵੀਰਾਂ ਨੂੰ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਵੀ ਇਹਦੇ ਵਿੱਚ ਪਾਣੀ ਨਾ ਤਾਂ ਭਰਵਾਂ ਰੱਖਣਾ ਵਾ ਤੇ ਨਾ ਹੀ ਇਹ 'ਚ ਪਾਣੀ ਸੁੱਕਣ ਦੇਣਾ ਵਾ, ਕਿਉਂਕਿ ਜੇਕਰ ਇਹ 'ਚ ਪਾਣੀ ਅਸੀਂ ਸੁਕਾਉਂਦੇ ਹਾਂ ਤੇ ਇਹਦਾ ਸਿੱਧਾ ਸਾਡੇ ਝਾੜ ਤੇ ਫਰਕ ਪਊਗਾ। ਤੇ ਇਸ ਦੇ ਨਾਲ ਇਹਦਾ ਧਿਆਨ ਇੱਕ ਚੀਜ਼ ਹੋਰ ਰੱਖਣੀ ਆ ਵੀ ਇਸ ਟਾਈਮ ਤੇ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਆਪਾਂ ਇਹਦੇ ਵਿੱਚ ਕੋਈ ਉੱਲੀ ਨਾਸ਼ਕ ਦਵਾਈਆਂ ਜਿਹੜੀਆਂ ਕਿ ਬਾਜ਼ਾਰ ਜਾਂ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਆ ਉਹਨਾਂ ਦਾ ਇੱਕ ਡੋਜ਼ ਇਸ ਟਾਈਮ ਤੇ ਜਿਹੜੀ ਫਸਲ ਗੋਭ ਦੇ ਵਿੱਚ ਆ ਗਈ ਆ, ਖਾਸ ਕਰਕੇ PR 114 ਜਿਹੜੀ ਫਸਲ ਆ ਇਹ ਤਕਰੀਬਨ 60 ਤੋਂ 65 ਦਿਨਾਂ ਦੇ ਵਿੱਚ, ਜਾਂ PR 121 ਹੈ ਇਹ ਵੀ 65 ਦਿਨਾਂ ਦੇ ਵਿੱਚ ਆਪਣੀ ਗੋਭ ਵਿੱਚ ਆ ਜਾਂਦੀ ਆ। ਇਸ ਟਾਈਮ ਤੇ ਅਸੀਂ ਕੋਈ ਵੀ ਇੱਕ ਉੱਲੀ ਨਾਸ਼ਕ ਜੋ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈ ਉਹਦੀ ਇੱਕ ਡੋਜ਼ ਦੀ ਆਪਾਂ ਇਸ ਟਾਈਮ ਸਪਰੇਅ ਕਰ ਸਕਦੇ ਹਾਂ। ਤੇ ਇਸ ਦੇ ਨਾਲ ਜੇ ਆਪਾਂ ਕੋਈ ਛੋਟੇ ਤੱਤਾਂ ਦੀ ਸਪਰੇਅ ਕਰਨੀ ਚਾਹੁੰਦੇ ਹਾਂ, ਖਾਸ ਕਰਕੇ ਜਿਵੇਂ 13045 ਦੀ ਜਿਹੜੀ ਸਿਫਾਰਿਸ਼ ਖੇਤੀਬਾੜੀ ਯੂਨੀਵਰਸਿਟੀ ਕਰਦੀ ਆ ਉਹ ਵੀ ਅਸੀਂ ਇਹ ਨਾਲ ਕਰ ਸਕਦੇ ਹਾਂ। ਇਹ ਸਰ ਤੁਹਾਡੇ ਕਹਿਣ ਮੁਤਾਬਕ ਕਿ ਜਦੋਂ ਨਸਾਰੇ ਤੇ ਫਸਲ ਆ ਹੁਣ ਇਹਦੇ ਵਿੱਚ ਪਾਣੀ ਖੜਾ ਕਰਨਾ ਜਿਹੜਾ ਇੱਕ ਵਧੀਆ ਢੰਗ ਆ ਇਹਨੂੰ ਫਸਲ ਨੂੰ ਚੰਗੇ ਨਸਾਰੇ ਤੇ ਲਿਆਉਣ ਲਈ? ਬਿਲਕੁਲ ਪੰਨੂ ਸਾਹਿਬ, ਇਸ ਟਾਈਮ ਤੇ ਜਿਹੜੀ ਕਣਕ ਜਿਹੜਾ ਝੋਨਾ ਨਿਸਰ ਰਿਹਾ ਨੇ ਉਸ ਦੇ ਵਿੱਚ ਪਾਣੀ ਦੀ ਘਾਟ ਨਹੀਂ ਆਉਣੀ ਚਾਹੀਦੀ। ਜੇਕਰ ਤੁਸੀਂ ਪਾਣੀ ਦੀ ਘਾਟ ਬਣਾਉਂਦੇ ਜੇ ਤੇ ਉਹਦਾ ਸਿੱਧਾ ਅਸਰ ਸਾਡੇ ਮੁੰਜਰਾਂ ਤੇ ਜਾਂ ਉਹਦੇ ਵਿੱਚ ਬਣ ਰਹੇ ਦਾਣਿਆਂ ਤੇ ਪਊਗਾ, ਜਿਸ ਦੇ ਨਾਲ ਸਾਡਾ ਝਾੜ ਘਟ ਸਕਦਾ ਹੈ। ਇਹ ਸਰ ਤੁਸੀਂ ਮਤਲਬ ਇਹਦੀ ਨਸਾਰੇ ਦੀ ਜਿਹੜੀ ਆਪਾਂ ਗੱਲਬਾਤ ਕਰ ਰਹੇ ਆ, ਇਹ ਸਰ ਕਿੰਨਾ ਕੁ ਟਾਈਮ ਪੀਰੀਅਡ ਹੁੰਦਾ ਆ ਜਦੋਂ ਇਹ ਜਿਹੜਾ ਆ ਆਪਸ ਵਿੱਚ ਇਹਦੀ ਕ੍ਰੋਸਿੰਗ ਹੁੰਦੀ ਆ ਜਾਂ ਇਹ ਕ੍ਰੋਸ ਹੁੰਦੇ ਨੇ, ਜਦੋਂ ਇਹ ਮੁੰਜਰ ਬਾਹਰ ਨਿਕਲਦੀ ਆ ਤੇ ਉਦੋਂ ਜਿਹੜੇ ਕਿਹੜੇ ਉਸ ਮੁੰਜਰ ਬਾਹਰ ਨਿਕਲੀ ਤੋਂ ਕਿੰਨਾ ਟਾਈਮ ਸਾਨੂੰ ਖਿਆਲ ਰੱਖਣਾ ਚਾਹੀਦਾ?
ਪਿਸ਼ੌਰਾ ਸਿੰਘ ਪੰਨੂ ਜੀ, ਜਿਵੇਂ ਜਿਹੜੀ ਝੋਨਾ ਫਸਲ ਆ ਇਹ ਇੱਕ ਸੈਲਫ ਪੋਲੀਨੇਟਡ ਕ੍ਰੌਪ ਆ। ਇਹਦਾ ਜਿਹੜੀ ਕ੍ਰੋਸਿੰਗ ਜਾਂ ਪੋਲੀਨੇਸ਼ਨ ਹੋਣੀ ਆ, ਇਹ ਅੰਦਰ ਨਾਲ ਹੀ ਦਾਣੇ ਜਦੋਂ ਮੁੰਜਰਾ ਨਿਕਲਦੀਆਂ ਵਾ, ਮੁੰਜਰਾ ਨਿਕਲ ਤੋਂ 4-5 ਦਿਨਾਂ ਦੇ ਬਾਅਦ ਇਹਦੇ ਵਿੱਚ ਤੁਸੀਂ ਵੇਖੋਗੇ ਕਿ ਪਰ ਪਰਾਗਣ ਦੀ ਕਿਰਿਆ ਸ਼ੁਰੂ ਹੋ ਜਾਂਦੀ ਆ। ਉਸ ਟਾਈਮ ਤੇ ਸਾਨੂੰ ਇਸ ਫਸਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ। ਨਾ ਹੀ ਸਾਨੂੰ ਇਹਦੇ ਵਿੱਚ ਵੜ ਕੇ ਕਿਸੇ ਤਰ੍ਹਾਂ ਦੀ ਸਪਰੇਅ ਨਾ ਹੀ ਸਪਰੇਅ ਕਰਨੀ ਚਾਹੀਦੀ ਆ, ਤੇ ਨਾ ਹੀ ਫਸਲ ਨੂੰ ਬਹੁਤਾ ਹਿਲ-ਜੁਲ ਕਰਨੀ ਚਾਹੀਦੀ, ਕਿਉਂਕਿ ਜੇਕਰ ਅਸੀਂ ਇਹ ਕੰਮ ਕਰਦੇ ਹਾਂ ਤੇ ਇਹਦਾ ਸਾਡਾ ਜਿਹੜਾ ਦਾਣੇ ਅਕਸਰ ਜ਼ਿਮੀਂਦਾਰ ਕਹਿੰਦੇ ਵੀ ਅਸੀਂ ਕਈ ਵਾਰੀ 1% ਜਾਂ 2% ਜਦੋਂ ਨਸਾਰਾ ਹੁੰਦਾ ਤੇ ਕਿਸਾਨ ਭਰਾ ਇਹ 'ਚ ਸਪਰੇਅ ਕਰਨੀ ਸ਼ੁਰੂ ਕਰ ਦਿੰਦੇ ਆ। ਸਪਰੇਅ ਜਦੋਂ ਵੀ ਕੋਈ ਕਿਸੇ ਵੀ ਤੁਸੀਂ ਜਾਂ ਉੱਲੀ ਨਾਸ਼ਕ ਦੀ ਜਾਂ ਜਿਹੜੇ ਛੋਟੇ ਤੱਤਾਂ ਦੀ ਕਰਨੀ ਆ, ਉਹ ਉਦੋਂ ਕਰਨੀ ਆ ਜਦੋਂ ਇਸ ਦੀ ਮੁੰਜਰ ਗੋਭ ਦੇ ਵਿੱਚ ਫਸੀ ਆ। ਜੇਕਰ ਆਪਾਂ ਗੋਭ ਨਿਕਲਣ ਤੇ ਜਾਂ ਮੁੰਜਰ ਨਿਕਲਣ ਤੇ ਸਪਰੇਅ ਕਰਾਂਗੇ ਤਾਂ ਉਹਦੇ ਨਾਲ ਜਿਹੜਾ ਦਾਣਾ ਸਾਡਾ ਖਾਲੀ ਹੋ ਜਾਊਗਾ, ਕਿਉਂਕਿ ਜਦੋਂ ਅੱਜ ਕੱਲ੍ਹ ਜਿਹੜੇ ਬੈਟਰੀ ਓਪਰੇਟਡ ਸਪਰੇਅ ਪੰਪਾਂ ਨਾਲ ਅਸੀਂ ਸਪਰੇਅ ਕਰਦੇ ਹਾਂ ਜਾਂ ਝੋਨੇ ਨੂੰ ਹਿਲਾਉਂਦੇ ਆ, ਤੇ ਉਹਦੇ ਜਿਹੜੇ ਬਾਹਰ ਉਹਦੇ ਪੋਲਨਸ ਹੁੰਦੇ ਆ, ਜਿਹੜੀ ਮੁੰਜਰ ਦੇ ਬਾਹਰ ਅਕਸਰ ਜ਼ਿਮੀਂਦਾਰ ਇਹਦੇ ਬੂਰ ਪਿਆ ਹੁੰਦਾ, ਜਦੋਂ ਉਸ ਤੇ ਸਪਰੇਅ ਪੈਂਦੀ ਆ ਤਾਂ ਉਹ ਖਾਲੀ ਹੋ ਜਾਂਦੇ ਆ, ਜਿਸ ਨੂੰ ਆਪਾਂ ਕਹਿੰਦੇ ਨੇ ਵੀ ਸਟਰਾਈਲ ਸੀਡਸ, ਸਟਰਾਈਲ ਕਰਨਲਸ ਹੋ ਜਾਂਦੇ ਆ, ਜਿਹਦੇ ਕਰਕੇ ਵੀ ਇਹਦਾ ਝਾੜ ਬਹੁਤ ਜ਼ਿਆਦਾ ਘਟ ਸਕਦਾ ਹੈ। ਸਰ ਗੱਲ ਮੁੰਜਰਾਂ ਦੀ ਚੱਲ ਰਹੀ, ਕਈ ਵਾਰ ਨਾ ਚਿੱਟੀਆਂ ਜੀਆਂ ਮੁੰਜਰਾਂ ਨਿਕਲ ਆਉਂਦੀਆਂ ਨੇ ਤੇ ਇੱਕ ਮਤਲਬ ਜਿਹੜਾ ਆਮ ਧਾਰਨਾ ਹੁੰਦੀ ਹੈ ਕਿ ਇਹ ਸਟੈਮ ਬੋਰਰ ਸੁੰਡੀ ਜਿਹੜੀ ਆ ਉਹਦਾ ਕਾਰਨ ਹੈ। ਸਰ ਇਹ ਜਿਹੜੀਆਂ ਚਿੱਟੀਆਂ ਮੁੰਜਰਾਂ ਸਟੈਮ ਬੋਰਰ ਤੋਂ ਇਲਾਵਾ ਹੋਰ ਵੀ ਕੋਈ ਕਾਰਨ ਹੁੰਦੇ ਆ, ਤੇ ਇੱਕ ਸਾਨੂੰ ਇਹ ਜ਼ਰੂਰ ਦੱਸਿਓ ਜੇ ਕਿ ਸਟੈਮ ਬੋਰਰ ਜਿਹੜੀ ਆ ਉਹਦੀ ਗਾਂਹ ਹੁਣ ਸੰਭਾਵਨਾ ਆ ਜਾਂ ਉਹਦਾ ਟਾਈਮ ਲੰਘ ਚੁੱਕਾ? ਜੀ ਅਕਸਰ ਆਪਾਂ ਵੇਖਦੇ ਹਾਂ ਵੀ ਜਦੋਂ ਸਾਡਾ ਝੋਨਾ ਪਰ ਪਰਾਗਣ ਦੀ ਕਿਰਿਆ ਤੋਂ ਲੰਘ ਜਾਂਦਾ ਤੇ ਜਾਂ ਪੱਕਣ ਦੇ ਨੇੜੇ ਆ ਜਾਂਦਾ ਤੇ ਕੁਝ ਖੇਤਾਂ ਦੇ ਵਿੱਚ ਸਾਨੂੰ ਚਿੱਟੀਆਂ ਮੁੰਜਰਾਂ ਦਿਖਦੀਆਂ। ਬੇਸ਼ੱਕ ਇਹ ਸਟੈਮ ਬੋਰਰ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ, ਇਸ ਕਰਕੇ ਖੇਤੀਬਾੜੀ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਆ ਵੀ ਜੇਕਰ ਤੁਹਾਨੂੰ 5% ਮੁੰਜਰਾਂ ਆਪਣੇ ਖੇਤ ਦੇ ਵਿੱਚ ਦਿਸਦੀਆਂ ਨੇ ਤਾਂ ਫਿਰ ਆਪਾਂ ਇਸ ਦੀ ਸਪਰੇਅ ਕਰਨੀ ਆ। ਪਰ ਸਪਰੇਆਂ ਵੀ ਆਪਾਂ ਉਹ ਕਰਨੀਆਂ ਜਿਹੜੀਆਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਆ। ਪਰ ਜਦੋਂ ਦਾ ਸਾਡਾ ਇੱਕ ਪਰਖਿਆ ਹੋਇਆ ਤੱਥ ਆ ਵੀ ਜਦੋਂ ਦਾ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀ ਤਰੀਕ 20 ਜੂਨ ਤੋਂ ਬਾਅਦ ਚੋਂ ਅਸੀਂ ਕੀਤੀ ਆ, ਤੇ ਇਸ ਦਾ ਅਟੈਕ ਝੋਨੇ ਵਿੱਚ ਆਉਣਾ ਬਹੁਤ ਘਟ ਗਿਆ ਵਾ। ਪਰ ਫਿਰ ਵੀ ਜੇਕਰ ਇਹਦਾ ਅਟੈਕ ਆਉਂਦਾ ਵਾ ਤੇ ਆਪਾਂ ਜੋ ਸਿਫਾਰਿਸ਼ ਦਵਾਈਆਂ ਜਿਵੇਂ ਕੋਰਾਜਨ 60 ml ਜਾਂ ਫੇਮ 20 ml, ਜਾਂ ਇਸ ਪਿਛਲੇ 2 ਸਾਲ ਪਹਿਲਾਂ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਕਾਰਟਾਪ ਹਾਈਡਰੋਕਲਾਈਡ 75% ਦੀ ਇੱਕ ਸਿਫਾਰਿਸ਼ ਕੀਤੀ ਸੀ, ਜਿਹੜੀ ਕਿ ਡੋਜ਼ 170%, ਉਹ ਅਸੀਂ ਕਰਕੇ ਇਸ ਦਾ ਕੰਟਰੋਲ ਕਰ ਸਕਦੇ ਹਾਂ। ਆਪਾਂ ਚੱਲ ਰਹੀ ਹੈ ਕਿ ਝੋਨੇ ਦੇ ਉੱਤੇ ਸਪਰੇਆਂ ਦੀ ਇਹ ਹੁਣ ਇੱਕ ਕਈ ਵਾਰ ਜਿਹੜਾ ਵਾ ਜਿੱਦਾਂ ਆਹ ਪੱਤੇ ਉੱਪਰੋਂ ਪੀਲੇ ਆ, ਇਦਾਂ ਇਹ ਕਾਫੀ ਪੱਤੇ ਜਿਹੜੇ ਆ ਪੀਲੇ ਹੋ ਜਾਂਦੇ, ਜਿਹਨੂੰ ਸੀਥ ਬਲਾਈਟ ਨਾਮ ਦਿੱਤਾ ਜਾਂਦਾ ਆ। ਕੀ ਉਹਦੀਆਂ ਕੀ ਸੰਭਾਵਨਾਵਾਂ ਹੁੰਦੀਆਂ ਨੇ ਤੇ ਸੀਥ ਬਲਾਈਟ ਨੂੰ ਰੋਕਣ ਲਈ ਕਿਹੜੀਆਂ ਜਿਹੜੀਆਂ ਕਿਸਾਨਾਂ ਨੂੰ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਜੀ? ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਪੰਨੂ ਸਾਹਿਬ। ਪਿਛਲੇ ਕਾਫੀ ਸਮੇਂ ਤੋਂ ਸ਼ੀਥ ਬਲਾਈਟ ਦਾ ਆਉਣ ਦਾ ਕਾਰਨ ਇੱਕ ਇਹ ਹੁੰਦਾ ਵੀ ਅਸੀਂ ਜਦੋਂ ਇੱਕ ਯੂਰੀਆ ਜਦੋਂ ਆਪਣੇ ਝੋਨੇ ਦੇ ਵਿੱਚ ਅਸੀਂ ਲੋੜ ਤੋਂ ਵੱਧ ਪਾਉਂਦੇ ਆ ਜਾਂ ਇਸ ਦੇ ਵਿੱਚ ਲਗਾਤਾਰ ਅਸੀਂ ਪਾਣੀ ਖੜਾ ਕਰਦੇ ਆ, ਤਾਂ ਤਕਰੀਬਨ ਜਿਹੜੀਆਂ ਝੋਨੇ ਵਿੱਚ ਉੱਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਉਹਨਾਂ ਦਾ ਵਾਧਾ ਹੋਣਾ ਸ਼ੁਰੂ ਹੋ ਜਾਂਦਾ। ਪਰ ਜੇਕਰ ਇਹ ਜਿੱਦਾਂ ਤੁਸੀਂ ਗੱਲ ਕੀਤੀ ਵੀ ਝੋਨੇ ਦੀਆਂ ਉਤਲੀਆਂ ਨੋਕਾਂ ਹੋ ਜਾਂਦੀਆਂ, ਇਹ ਸ਼ੀਥ ਬਲਾਈਟ ਦੇ ਲੱਛਣ ਨਹੀਂ ਹੁੰਦੇ। ਸ਼ੀਥ ਬਲਾਈਟ ਦੇ ਲੱਛਣ ਅਕਸਰ ਜਦੋਂ ਮੁੱਢਾਂ ਦੇ ਲਾਗੋਂ ਜਾਮਨੀ ਜਿਹੇ ਰੰਗ ਦੇ ਧੱਬੇ ਪੈ ਜਾਂਦੇ ਨੇ, ਉਹ ਇਹਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਉਹ ਉੱਪਰ ਨੂੰ ਜਾ ਕੇ ਜਿਹੜੇ ਬਾਹਰ ਆਪਣੇ ਮੁੰਜਰ ਦੇ ਨਾਲ ਜਿਹੜੇ ਪੱਤੇ ਜਾਂ ਝੰਡੇ ਪੱਤੇ ਤੱਕ ਜਾਂਦੀਆਂ ਨੇ, ਜਿਹਦੇ ਨਾਲ ਕਿ ਝਾੜ ਤੇ ਬਹੁਤ ਸਿੱਧਾ ਅਸਰ ਪੈਂਦਾ ਵਾ। ਇਸੇ ਲਈ ਅਸੀਂ ਕਹਿੰਦੇ ਆ ਵੀ ਜਦੋਂ ਤੁਹਾਡਾ ਝੋਨਾ ਗੋਭ ਦੇ ਵਿੱਚ ਆ ਗਿਆ ਤੇ ਲਾਜ਼ਮੀ ਇੱਕ ਸਪਰੇਅ ਕੋਈ ਵੀ ਪ੍ਰੀਵੈਂਟਿਵ ਤੌਰ ਤੇ ਇੱਕ ਕਿਸੇ ਫੰਗੀਸਾਈਡ ਦੀ, ਜੋ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨੇ, ਜਿਵੇਂ ਕਿ ਫੋਲੀਕਿਓਰ 200 ml, ਐਮੀਸਟਾਰ 200 ml, ਜਾਂ ਪਿਛਲੇ ਸਾਲ ਇੱਕ ਦਵਾਈ ਨਵੀਂ ਗਲੀਲੀਓ ਵੇ ਸਿਫਾਰਿਸ਼ ਕੀਤੀ ਗਈ ਸੀ, ਜਾਂ ਇਸ ਦੇ ਨਾਲ ਹੋਰ ਜਿਹੜੀਆਂ ਖੇਤੀਬਾੜੀ ਯੂਨੀਵਰਸਿਟੀ ਦੇ ਕਿਤਾਬ 'ਚ ਛਪੀਆਂ ਨੇ ਉਹਦੀ ਆਪਾਂ ਸਪਰੇਅ ਕਰਕੇ ਇਸ ਦਾ ਵਧੀਆ ਕੰਟਰੋਲ ਜਾਂ ਹੱਲ ਕਰ ਸਕਦੇ ਆ। ਇਸ ਤੋਂ ਇਲਾਵਾ ਪੰਨੂ ਸਾਹਿਬ, ਮੈਂ ਤਾਂ ਆਪ ਜੀ ਦੇ ਜਿੰਨੇ ਵੇਖਣ ਵਾਲੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਸਾਡੇ ਬਲਾਕ ਭਿੱਖੀਵਿੰਡ ਦੇ ਵਿੱਚ ਪਿਛਲੇ ਸਾਲ ਇੱਕ ਝੂਠੀ ਕਾਂਗਿਆਰੀ ਆ, ਜਿਹਨੂੰ ਫਾਲਸ ਮੱਟ ਦੇ ਵਿੱਚ ਨਾਂ ਕਹਿੰਦੇ ਆ, ਉਸ ਦੀ ਬਿਮਾਰੀ ਸਾਡੇ ਇਸ ਏਰੀਆ ਦੇ ਵਿੱਚ ਕਾਫੀ ਆ ਗਈ ਸੀ। ਔਰ ਖਾਸ ਕਰਕੇ ਸਾਡੇ ਜਿਨ੍ਹਾਂ ਵੀਰਾਂ ਨੇ 122 PR 122 ਜਾਂ 114 ਝੋਨਾ ਲਾਇਆ ਸੀ, ਉਹਦੇ ਵਿੱਚ ਅਕਸਰ ਜ਼ਿਮੀਂਦਾਰ ਕਹਿੰਦੇ ਸੀ ਵੀ ਸਾਡੇ ਮੁੰਜਰਾਂ ਦੇ ਵਿੱਚ ਪੀਲੇ ਜਿਹੇ ਰੰਗ ਦੇ ਲੱਡੂ ਜਿਹੇ ਬਣ ਜਾਂਦੇ, ਜਾਂ ਜਿਸ ਨੂੰ ਕਹਿੰਦੇ ਵੀ ਸਾਡੇ ਦਾਣੇ ਪਟਾਕਾ ਮਾਰ ਗਏ। ਸੋ ਜੇਕਰ ਆਪਣੇ ਜਿਹੜੇ ਮੇਰੇ ਭਰਾਵਾਂ ਨੇ ਪਿਛਲੇ ਸਾਲ ਇਹਨਾਂ ਦੀ ਫਸਲ ਦੇ ਵਿੱਚ ਇਹ ਬਿਮਾਰੀ ਆਈ ਸੀ, ਉਹ ਇਸ ਦੇ ਕੰਟਰੋਲ ਲਈ ਲਾਜ਼ਮੀ ਤੌਰ ਤੇ ਜਦੋਂ ਤੁਹਾਡੀ ਫਸਲ ਗੋਭ ਦੇ ਵਿੱਚ ਆ ਗਈ, ਲਾਜ਼ਮੀ ਤੌਰ ਤੇ ਇੱਕ ਗਲੀਲੀਓ ਵੇ ਦਵਾਈ ਆਈ ਹੈ, 400 ml ਡੋਜ਼ ਦੀ ਪੈਂਦੀ ਇਸ ਦੀ, ਜਾਂ ਨੈਟਿਵੋ 80 ਗ੍ਰਾਮ, ਜਾਂ ਫਿਰ ਇਸ ਤੋਂ ਇਲਾਵਾ ਇੱਕ ਬਲਾਈਟੌਕਸ ਨਾਮ ਤੇ ਦਵਾਈ ਆਉਂਦੀ ਹੈ। ਇਸ ਦੀ ਸਪਰੇਅ ਲਾਜ਼ਮੀ ਤੌਰ ਤੇ 60 ਦਿਨਾਂ ਦੇ ਝੋਨੇ ਨੂੰ ਲਾਜ਼ਮੀ ਇੱਕ ਸਪਰੇਅ ਸ਼ਾਮ ਦੇ ਟਾਈਮ ਕਰ ਦੇਣ, ਵੱਧ ਪਾਣੀ ਲਾ ਕੇ, ਤਾਂ ਜੋ ਇਸ ਦਾ ਕੰਟਰੋਲ ਆਪਾਂ ਪਹਿਲੋਂ ਕਰ ਸਕੀਏ। ਕਿਉਂਕਿ ਜੇਕਰ ਇਹ ਬਿਮਾਰੀ ਇੱਕ ਵਾਰੀ ਖੇਤ ਦੇ ਵਿੱਚ ਆ ਜਾਂਦੀ ਹੈ ਤਾਂ ਫਿਰ ਇਸ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਹੈ।
ਸਰ ਉਹ ਤਾਂ ਹੋ ਗਈ ਕਿ ਦਾਣਿਆਂ ਦੀ ਤੁਸੀਂ ਬਹੁਤ ਵਧੀਆ ਸੁਝਾਅ ਦਿੱਤਾ ਹੈ ਕਿ ਦਾਣਿਆਂ ਨੂੰ ਜਿਹੜਾ ਵਾ ਉੱਲੀ ਬਾਅਦ ਦੇ ਵਿੱਚ ਆ ਜਾਂਦੀ ਆ, ਉਹਨੂੰ ਹੁਣ ਤੋਂ ਹੀ ਜਿਹੜਾ ਵਾ ਕੰਟਰੋਲ ਕੀਤਾ ਜਾ ਸਕਦਾ। ਸਰ ਹੁਣ ਜਿਸ ਤਰ੍ਹਾਂ ਮੀਂਹ ਪੈਣੇ ਆ ਜਾਂ ਪੈ ਚੁੱਕੇ ਆ, ਤੇ ਕਈ ਜਗ੍ਹਾ ਜਿਹੜਾ ਆ ਇਹਦੇ ਉੱਤੇ ਜਿਹੜਾ ਪੱਤਾ ਲਪੇਟ ਸੁੰਡੀ ਦਾ ਜਿਹੜਾ ਵਾ ਉਹ ਹਮਲਾ ਜਿਹੜਾ ਵਾ ਆ ਜਾਂਦਾ ਵਾ। ਇਹ ਜਿਹੜੀ ਪੱਤਾ ਲਪੇਟ ਸੁੰਡੀ ਆ, ਇਹ ਕੀ ਇਹਦੇ ਲੱਛਣ ਜਿਹੜੇ ਮੁੱਢਲੇ ਦਿਖਣੇ ਸ਼ੁਰੂ ਹੁੰਦੇ ਆ, ਤੇ ਕਦੋਂ ਇਹਦੀ ਸਪਰੇਅ ਕਰਨੀ ਚਾਹੀਦੀ ਕਿਸਾਨਾਂ ਨੂੰ? ਪਿਛਲੇ ਕਾਫੀ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਵੀ ਕਿਸਾਨਾਂ ਦੇ ਵਿੱਚ ਇੱਕ ਪੱਤਾ ਲਪੇਟ ਸੁੰਡੀ ਨੂੰ ਅਸੀਂ ਬਹੁਤ ਵੱਡਾ ਝੋਨੇ ਦਾ ਕੀਟ ਮੰਨ ਕੇ ਬੈਠੇ ਆ ਵੀ ਸਾਡਾ ਸ਼ਾਇਦ ਇਸ ਦੇ ਨਾਲ ਇਹ ਆਉਣ ਦੇ ਨਾਲ ਸਾਡਾ ਝਾੜ ਬਹੁਤ ਜ਼ਿਆਦਾ ਘਟ ਜਾਣਾ। ਖੇਤੀਬਾੜੀ ਯੂਨੀਵਰਸਿਟੀ ਨੇ ਇਹ ਤਜਰਬਿਆਂ ਰਾਹੀਂ ਸਾਬਤ ਕਰ ਦਿੱਤਾ ਹੈ ਵੀ ਜਿਹੜੀ ਪੱਤਾ ਲਪੇਟ ਸੁੰਡੀ ਆ, ਜੇਕਰ ਉਹ ਮੁੰਜਰ ਨਿਕਲਣ ਤੋਂ ਬਾਅਦ ਆਉਂਦੀ ਆ ਤਾਂ ਫਿਰ ਅਸੀਂ ਉਸ ਦਾ ਜ਼ਰੂਰ ਕੰਟਰੋਲ ਕਰਨਾ, ਪਰ ਜੇਕਰ ਉਹ ਮੁੰਜਰ ਨਿਕਲਣ ਤੋਂ ਪਹਿਲਾਂ ਆਉਂਦੀ ਆ ਤਾਂ ਉਸ ਦਾ ਸਾਡੇ ਝੋਨੇ ਦੇ ਉੱਤੇ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੁੰਦਾ। ਪਰ ਫਿਰ ਵੀ ਜੇਕਰ ਇਹ ਸੁੰਡੀ ਆ ਜਾਂਦੀ ਹੈ, ਕਿਉਂਕਿ ਤਕਰੀਬਨ ਜਦੋਂ ਝੋਨਾ ਸਾਡਾ ਨਿਸਰ ਜਾਂਦਾ ਜਾਂ ਸਾਡੀ ਮੁੰਜਰ ਨਿਕਲ ਜਾਂਦੀ ਹੈ, ਉਸ ਟਾਈਮ ਤੇ ਆ ਕੇ ਹਮੇਸ਼ਾ ਝੰਡਾ ਪੱਤਾ ਜਿਹੜਾ ਮੁੰਜਰ ਦੇ ਨਾਲ, ਜਿਹੜਾ ਕਿ ਤਕਰੀਬਨ 25% ਦਾਣਿਆਂ ਦੀ ਉਪਜ ਦੇ ਵਿੱਚ ਇਸ ਦਾ ਹਿੱਸਾ ਹੁੰਦਾ, ਜੇ ਉਸ ਨੂੰ ਵਲ ਪਾਉਂਦੀ ਹੈ ਜਾਂ ਉਸ ਦੇ ਉੱਤੇ ਹਮਲਾ ਕਰਦੀ ਹੈ ਤਾਂ ਫਿਰ ਅਸੀਂ ਇਸ ਦਾ ਕੰਟਰੋਲ ਜ਼ਰੂਰ ਕਰਨਾ ਹੈ। ਕੰਟਰੋਲ ਕਰਨ ਲਈ ਫਿਰ ਉਹੀ ਗੱਲ ਮੈਂ ਕਰਾਂਗਾ ਵੀ ਜਿਹੜੀਆਂ ਸਿਫਾਰਿਸ਼ ਦਵਾਈਆਂ, ਕਿਸਾਨ ਵੀਰਾਂ ਨੂੰ ਬਾਰ-ਬਾਰ ਇਹੋ ਹੀ ਬੇਨਤੀ ਕਰੀਦੀ ਹੈ ਵੀ ਜਿਹੜੀਆਂ ਸਿਫਾਰਿਸ਼ ਦਵਾਈਆਂ ਵਾ, ਜਿਵੇਂ ਇਸ ਵਾਸਤੇ ਕੋਰਾਜਨ 60 ml, ਫੇਮ 20 ml ਜਾਂ ਕਾਟਾਪ ਹਾਈਡਰੋਕਲੋਰਾਈਡ ਦੀ ਪਿਛਲੇ ਸਾਲ 2 ਸਾਲ ਹੋ ਗਏ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਹੈ 170 ਗ੍ਰਾਮ ਡੋਜ਼। ਕੋਸ਼ਿਸ਼ ਕਰਨੀ ਵੀ ਆਪਾਂ ਇਹੋ ਹੀ ਦਵਾਈਆਂ ਲੈ ਕੇ ਇਸ ਤੇ ਕੰਟਰੋਲ ਕਰਨਾ। ਕਈ ਵਾਰੀ ਕਿਸਾਨ ਵੀਰ ਜਾਂਦੇ ਆ ਦੁਕਾਨਦਾਰਾਂ ਕੋਲ, ਦਵਾਈ ਲੈਂਦੇ ਨਹੀਂ, ਉਹ ਦੁਕਾਨਦਾਰ ਦਵਾਈ ਉਹਨਾਂ ਨੂੰ ਦੇ ਦਿੰਦਾ ਵਾ। ਉਸ ਦੇ ਵਿੱਚ ਇਹ ਹੁੰਦਾ ਵੀ ਕਈ ਵਾਰੀ ਉਹ ਸਿੰਥੈਟਿਕ ਦਵਾਈਆਂ ਦੀ ਵਰਤੋਂ ਕਰ ਲੈਂਦੇ ਆ। ਸਿੰਥੈਟਿਕ ਦਵਾਈਆਂ ਜਿਵੇਂ ਖਾਸ ਕਰਕੇ ਲੈਮਡਾ ਸਾਇਹੈਲੋਥ੍ਰਿਨ ਜਾਂ ਸਾਈਪਰਮੈਥਰਿਨ ਜਾਂ ਡੈਲਟਾਮੈਥਰਿਨ ਦਵਾਈਆਂ ਜਿਹੜੀਆਂ ਵਾ, ਇਹ ਨਰੋਲ ਜ਼ਹਿਰ ਨੇ, ਸਿੰਥੈਟਿਕ ਪ੍ਰਿਥਰੋਇਡ ਅਸੀਂ ਇਹਨਾਂ ਨੂੰ ਕਹਿੰਦੇ ਆ। ਜਦੋਂ ਆਪਾਂ ਇਹਨਾਂ ਦੀ ਸਪਰੇਅ ਕਰਦੇ ਆ, ਬੇਸ਼ੱਕ ਇਹ ਸੁੰਡੀ ਦਾ ਤੇ ਉਸ ਵੇਲੇ ਖਾਤਮਾ ਕਰ ਦਿੰਦੇ, ਪਰ ਉਸ ਦੇ ਨਾਲ ਜਿਹੜੇ ਇਹ ਬੂਟਿਆਂ ਦੇ ਵਿੱਚ ਅਮਾਈਨੋ ਐਸਿਡ ਜਾਂ ਜਿਹਨੂੰ ਮਿਠਾਸ ਆਪਾਂ ਬੂਟਿਆਂ ਦੇ ਵਿੱਚ ਵਧਾ ਦਿੰਦੇ ਆ, ਜਿਹਦੇ ਕਰਕੇ ਮੁੱਢਾਂ ਵਾਲਾ ਤੇਲੇ ਦੀ ਸਮੱਸਿਆ ਸਾਨੂੰ ਲੇਟਰ ਔਨ ਆਉਣੀ ਸ਼ੁਰੂ ਹੋ ਜਾਂਦੀ। ਸੋ ਇਸ ਕਰਕੇ ਕਿਸਾਨ ਭਰਾਵਾਂ ਨੂੰ ਇਹ ਅਪੀਲ ਆ ਵੀ ਜ਼ਰੂਰ ਜਿਹੜੀ ਸਿਫਾਰਿਸ਼ ਦਵਾਈ ਉਹੀ ਵਰਤੀ ਜਾਵੇ ਤਾਂ ਜੋ ਇਹ ਸੁੰਡੀ ਨੂੰ ਆਪਾਂ ਸਮੇਂ ਸਿਰ ਜਾਂ ਟਾਈਮ ਤੇ ਕੰਟਰੋਲ ਕਰ ਸਕੀਏ। ਸਰ ਇੱਕ ਤੁਸੀਂ ਉਹ ਤੇਲੇ ਵਾਲੀ ਗੱਲ ਕੀਤੀ ਹੈ ਕਿ ਜਿਹੜੀਆਂ ਸਿੰਥੈਟਿਕ ਦਵਾਈਆਂ ਉਹਨਾਂ ਦੀ ਵਰਤੋਂ ਨਾਲ ਮਿਠਾਸ ਆ ਕੇ ਪੌਦਿਆਂ 'ਚ, ਤੇ ਜਿਹੜਾ ਵਾ ਮੁੱਢ ਵਾਲਾ ਤੇਲਾ ਜਿਹੜਾ, ਇਹ ਬੜੀ ਵੱਡੀ ਸਮੱਸਿਆ ਪਿਛਲੇ ਕੋਈ ਸਮੇਂ ਤੋਂ ਆ ਰਹੀ ਹੈ। ਸਰ ਇਹਦੇ ਰੋਕਥਾਮ ਲਈ ਕਿਸਾਨਾਂ ਨੂੰ ਕਿਹੜੇ ਮੁੱਢਲੇ ਤੌਰ ਤੇ ਉਪਾਅ ਕਰਨੇ ਚਾਹੀਦੇ ਆ, ਤੇ ਜੇਕਰ ਇਹ ਹਮਲਾ ਹੋ ਜਾਂਦਾ ਆ ਤਾਂ ਇਹਦੀ ਰੋਕਥਾਮ ਲਈ ਕਿਹੜੀਆਂ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ? ਪੰਨੂ ਸਾਹਿਬ, ਇਸ ਵਾਸਤੇ ਕਿਸਾਨਾਂ ਨੂੰ ਲਗਾਤਾਰ ਆਪਣੇ ਖੇਤਾਂ ਦੇ ਵਿੱਚ ਗੇੜਾ ਲਾਉਣਾ ਚਾਹੀਦਾ ਵਾ। ਉਹਨਾਂ ਨੂੰ ਆਪਣੀ ਫਸਲ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਔਰ ਹਮੇਸ਼ਾ ਜਿੱਥੇ ਨੁੱਕਰਾਂ ਤੋਂ, ਖੇਤ ਦੀਆਂ ਚਾਰੇ ਨੁੱਕਰਾਂ ਤੋਂ ਜਾ ਕੇ ਉਸ ਨਾਲ ਥੱਲੇ ਝੋਨੇ ਨੂੰ ਚੰਗੀ ਤਰ੍ਹਾਂ ਝਾੜ ਕੇ ਵੇਖ ਲੈਣਾ ਚਾਹੀਦਾ ਵੀ ਥੱਲੇ ਪਾਣੀ ਦੇ ਉੱਤੇ ਕਿੰਨੇ ਤੇਲੇ ਥੱਲੇ ਪ੍ਰਤੀ ਬੂਟਾ ਡਿੱਗ ਰਹੇ ਨੇ। ਜੇਕਰ ਉਸ ਦੀ ਗਿਣਤੀ 10 ਜਾਂ 12 ਤੇਲਿਆਂ ਤੋਂ ਵੱਧ ਆ ਤਾਂ ਫਿਰ ਆਪਾਂ ਨੂੰ ਜ਼ਰੂਰ ਇਸ ਦੀ ਸਪਰੇਅ ਕਰਨੀ ਚਾਹੀਦੀ ਹੈ। ਸਪਰੇਅ ਕਰਨ ਲਈ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਸਾਲ ਇੱਕ ਨਵੀਂ ਦਵਾਈ ਪੈਕਸਾਲੋਨ ਨਾਂ ਤੇ, ਜਿਸ ਦੀ ਡੋਜ਼ 94 ml, ਉਹ ਉਸ ਦੀ ਸਿਫਾਰਿਸ਼ ਕੀਤੀ ਆ। ਓਸ਼ੀਨ ਨਾਂ ਤੇ ਇੱਕ ਦਵਾਈ ਹੈ ਜਿਸ ਦੀ ਡੋਜ਼ 80 ਗ੍ਰਾਮ ਹੈ। ਐਕਾਲਕਸ ਨਾਂ ਤੇ ਦਵਾਈ ਹੈ। ਕਲੋਰੋਪਾਈਰੀਫਾਸ, ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ, ਜਾਂ ਇੱਕ ਸਜੈਂਟਾ ਦੀ ਚੈਸ ਨਾਮ ਤੇ ਦਵਾਈ ਜਿਸ ਦੀ ਡੋਜ਼ 120 ਗ੍ਰਾਮ, ਉਹ ਇਸ ਤੇ ਸਿਫਾਰਿਸ਼ ਕੀਤੀ ਹੈ ਔਰ ਇਸ ਦਾ ਬੜਾ ਵਧੀਆ ਕੰਟਰੋਲ ਕਰਦੀ ਹੈ। ਇਹ ਸ਼੍ਰੀਮਾਨ ਜੀ, ਉਹ ਵੇਖਣ ਵਿੱਚ ਆਇਆ ਕਿਸਾਨਾਂ ਵੱਲੋਂ ਕਿਹਾ ਜਾਂਦਾ ਕਿ ਸਪਰੇਅ ਜਿਹੜੀ ਆ ਉਹ ਘੱਟ ਅਸਰਦਾਰ ਆ ਤੇ ਛੱਟਾ ਪਾਉਣ ਨਾਲ ਜਿਹੜਾ ਵਾ ਦਵਾਈਆਂ ਮੁੱਢ ਦੇ ਵਿੱਚ ਅਸਰ ਜ਼ਿਆਦਾ ਕਰਦੀਆਂ ਨੇ। ਤੁਸੀਂ ਕੀ ਸੁਝਾਅ ਦਿਓਗੇ? ਪੰਨੂ ਸਾਹਿਬ, ਜਿਹੜੇ ਤੇ ਤੇਲੇ ਵਾਸਤੇ ਕੰਟਰੋਲ ਕਰਨਾ, ਉਸ ਦਾ ਅਸੀਂ ਇੱਕ ਗੱਲ ਦਾ ਧਿਆਨ ਰੱਖਣਾ ਵੀ ਜਦੋਂ ਵੀ ਆਪਾਂ ਉਸ ਦੀ ਸਪਰੇਅ ਕਰਨੀ ਆ, ਉਹ ਸਪਰੇਅ ਦਾ ਜਿਹੜਾ ਫੁਹਾਰਾ ਵਾ ਉਹ ਅਸੀਂ ਮੁੱਢਾਂ ਵੱਲ ਨੂੰ ਕਰਕੇ ਕਰਨਾ। ਜੇਕਰ ਆਪਾਂ ਉੱਪਰਲੇ ਬੰਨੇ ਸਪਰੇਅ ਕਰਾਂਗੇ ਤੇ ਕਈ ਵਾਰੀ ਇਹ ਦਵਾਈਆਂ ਸਾਡੀਆਂ ਕੰਟਰੋਲ ਘੱਟ ਕਰਦੀਆਂ ਨੇ। ਬਾਕੀ ਜਿਹੜੀਆਂ ਦਾਣੇਦਾਰ ਜ਼ਹਿਰਾਂ ਨੇ, ਇਸ ਦਾ ਜੀ ਬਿਲਕੁਲ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਇਸ ਦਾ ਪ੍ਰਵਾਹ ਜਾਂ ਯੂਜ਼ ਕਰਨਾ ਝੋਨੇ ਦੇ ਵਿੱਚ ਬਿਲਕੁਲ ਬੰਦ ਕੀਤਾ ਵੀ ਇਹਨੂੰ ਸਿਰਫ ਬਾਸਮਤੀ ਦੇ ਵਿੱਚ ਸਿਫਾਰਿਸ਼ ਕਰਦੇ ਆ। ਝੋਨੇ ਦੇ ਵਿੱਚ ਅਸੀਂ ਦਾਣੇਦਾਰ ਦਵਾਈ ਤੋਂ ਗਰੇਜ ਕਰਨਾ ਵਾ। ਇਹ ਬਿਲਕੁਲ ਕਿਸਾਨ ਜਿਹੜੇ ਦੁਕਾਨਦਾਰਾਂ ਦੇ ਜਾਂ ਕਿਸੇ ਕੰਪਨੀਆਂ ਦੇ ਝਾਂਸਿਆਂ 'ਚ ਆ ਕੇ ਪਹਿਲੋਂ ਜਿਹੜੇ ਦਾਣੇਦਾਰ ਜ਼ਹਿਰ ਵਰਤ ਲੈਂਦੇ, ਉਹ ਉਸ ਟਾਈਮ ਤੇ ਤੁਹਾਨੂੰ ਦਾਣੇਦਾਰ ਜ਼ਹਿਰ ਦੀ ਸਿਫਾਰਿਸ਼ ਕਰਦੇ 25 ਦਿਨ ਤੇ ਜਾਂ 40 ਦਿਨ ਤੇ, ਜਿਸ ਵੇਲੇ ਆਪਾਂ ਨੇ ਝੋਨੇ ਦੇ ਵਿੱਚ ਕੋਈ ਕੀੜਾ ਜਾਂ ਕਿਸੇ ਤਰ੍ਹਾਂ ਦੀ ਸਮੱਸਿਆ ਆਈ ਵੀ ਨਹੀਂ ਹੁੰਦੀ। ਔਰ ਉਹ ਇਹ ਭਰਮਾ ਕੇ ਕਿਸਾਨਾਂ ਨੂੰ ਇਹ ਦਵਾਈ ਵੇਚਦੇ ਆ ਵੀ ਇਹ ਤੁਸੀਂ ਦਵਾਈ ਸਪਰੇਅ ਕਰ ਦਿਓ ਜਾਂ ਛੱਟਾ ਦੇ ਦਿਓ ਵੀ ਇਹਦੇ ਨਾਲ ਜਿਹੜੀ ਸਾਡਾ ਕੰਟਰੋਲ ਆ ਉਹ 25 ਤੋਂ 30 ਦਿਨ ਤੱਕ ਰਹੂਗਾ। ਤੇ ਜਿੰਨੇ ਦਿਨਾਂ ਤੱਕ ਉਹ ਤੁਹਾਨੂੰ ਸਿਫਾਰਿਸ਼ ਕਰਦੇ ਕਿਸਾਨ ਭਰਾਵੋ, ਉਸ ਦਿਨਾਂ ਦੇ ਵਿੱਚ ਤੇ ਸਾਡੇ ਝੋਨੇ ਦੇ ਵਿੱਚ ਨਾ ਕੋਈ ਕੀਟ ਹੁੰਦਾ ਵਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਉੱਲੀ ਨਾਸ਼ਕ ਬਿਮਾਰੀ ਹੁੰਦੀ ਹੈ। ਸੋ ਇਸ ਚੀਜ਼ ਦਾ ਬਹੁਤ ਧਿਆਨ ਰੱਖੋ। ਫਿਰ ਮੈਂ ਬਾਰ-ਬਾਰ ਇੱਕੋ ਹੀ ਗੱਲ ਤੁਹਾਨੂੰ ਕਹੂੰਗਾ ਵੀ ਉਹੀ ਦਵਾਈ ਵਰਤੋ ਜੋ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਜਾਂ ਮਹਿਕਮਾ ਖੇਤੀਬਾੜੀ ਅਤੇ ਕਿਸਾਨ ਭਲਾਈ
ਭਲਾਈ ਵਿਭਾਗ ਸਿਫਾਰਿਸ਼ ਕਰਦਾ। ਤੇ ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਤੇ ਸਾਡੇ ਹਰ ਬਲਾਕ ਦੇ ਵਿੱਚ ਸਾਡੇ ਦਫ਼ਤਰ ਹੈਗੇ ਨੇ, ਸਾਡੇ ਖੇਤੀ ਮਾਹਰ ਉੱਥੇ ਬੈਠੇ ਹੁੰਦੇ, ਤੇ ਜ਼ਰੂਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਦਵਾਈ ਜਾਂ ਹੋਰ ਸਮੱਗਰੀ ਲੈਣੀ ਆ ਤੇ ਇੱਕ ਵਾਰ ਉਹਨਾਂ ਨਾਲ ਜ਼ਰੂਰ ਸਲਾਹ ਮਸ਼ਵਰਾ ਕਰਕੇ ਫਿਰ ਹੀ ਕੋਈ ਆਪਣੀ ਖੇਤੀ ਵਸਤੂ ਜਾਂ ਖੇਤੀ ਇਨਪੁਟ ਆਪਾਂ ਲੈਣੀ ਤੇ ਫਿਰ ਹੀ ਆਪਾਂ ਉਸ ਦੀ ਖਰੀਦ ਕਰੀਏ। ਇੱਕ ਆਮ ਜਦੋਂ ਟਿੱਡੇ ਉੱਡਣੇ ਸ਼ੁਰੂ ਹੋ ਜਾਂਦੇ ਆ ਤੇ ਕਿਸਾਨ ਜਿਹੜੇ ਆ ਚੁੱਕ ਕੇ ਦੁਕਾਨਦਾਰ ਕੋਲ ਚਲੇ ਜਾਂਦੇ ਤੇ ਉੱਥੋਂ ਦਵਾ ਲੈ ਕੇ ਜਿਹੜੀ ਆ ਉਹ ਇਹਦੇ ਤੇ ਕਰ ਦਿੰਦੇ। ਉਹ ਜਿਹੜੇ ਉਹ ਟਿੱਡੇ ਦੇ ਕੀ ਉਹਨਾਂ ਨੂੰ ਹਾਈਪਰ ਕੀ ਬੋਲਦੇ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ, ਉਹ ਕੀ ਉਹ ਮਤਲਬ ਕਿੰਨੇ ਕੁ ਖਤਰਨਾਕ ਹੁੰਦੇ ਆ ਸਾਡੀ ਫਸਲ ਲਈ ਤੇ ਕੀ ਉਹਦੇ ਲਈ ਸਪਰੇਅ ਕਰਨੀ ਚਾਹੀਦੀ? ਪੰਨੂ ਸਾਹਿਬ, ਜਿਵੇਂ ਸਾਡੇ ਪਰਮਾਤਮਾ ਨੇ ਦੁਨੀਆ ਦੇ ਵਿੱਚ ਇੱਕ ਨੁਕਸਾਨ ਕਰਨ ਵਾਲੇ ਕੀੜੇ ਬਣਾਏ, ਕੁਛ ਉਸ ਦੇ ਨਾਲ ਹੀ ਉਸਨੇ ਸਾਡੇ ਇੱਕ ਮਿੱਤਰ ਕੀੜੇ ਵੀ ਬਣਾਏ। ਜਿਸ ਤੁਸੀਂ ਗੱਲ ਕਰ ਰਹੇ ਹੋ ਉਸ ਨੂੰ ਆਪਣੀ ਭਾਸ਼ਾ 'ਚ ਆਪਾਂ ਹੈਲੀਕਾਪਟਰ ਕਹਿ ਦਿੰਦੇ ਜਾਂ ਉੱਡਣ ਵਾਲੇ ਟਿੱਡੇ ਕਹਿ ਦਿੰਦੇ ਆ। ਇਹ ਜਿਹੜੇ ਜਿੰਨੇ ਵੀ ਜੀਵ ਨੇ, ਜਾਂ ਤੁਸੀਂ ਕਈ ਵਾਰੀ ਆਪਣੇ ਝੋਨੇ ਦੇ ਉੱਤੇ ਆਪਾਂ ਸਵੇਰ ਵੇਲੇ ਜਾਈਏ ਤਾਂ ਆਪਾਂ ਆਮ ਪੱਤਿਆਂ ਉੱਤੇ ਜਾਲਾ ਲੱਗਾ ਵੇਖਦੇ ਆ ਜਿਹਦੇ ਵਿੱਚ ਛੋਟੀਆਂ ਛੋਟੀਆਂ ਮਕੜੀਆਂ ਹੁੰਦੀਆਂ। ਪਿਸ਼ੌਰਾ ਸਿੰਘ ਜੀ, ਇਹ ਜਿੰਨੇ ਵੀ ਕੀਟ ਨੇ ਇਹ ਸਭ ਸਾਡੇ ਮਿੱਤਰ ਕੀਟ ਨੇ। ਇਹ ਜਿੰਨੇ ਵੀ ਸਾਡੇ ਕੋਲ ਸੁੰਡੀਆਂ ਜਾਂ ਤੇਲੇ ਪੈਂਦੇ ਨੇ ਇਹ ਉਹਨਾਂ ਨੂੰ ਖਾਣ ਦਾ ਕੰਮ ਕਰਦੇ। ਇਹ ਨੈਚੁਰਲ ਕੰਟਰੋਲ ਕੁਦਰਤ ਵੱਲੋਂ ਦਿੱਤਾ ਆ। ਪਰ ਇਹਦੇ ਉਲਟ ਜਦੋਂ ਆਪਾਂ ਇਹ ਵੇਖਦੇ ਹਾਂ, ਕਈ ਵਾਰੀ ਜ਼ਿਮੀਂਦਾਰ ਭਰਾ ਇਸ ਚੀਜ਼ ਨੂੰ ਵੇਖ ਕੇ ਉਹ ਕਹਿੰਦੇ ਵੀ ਸ਼ਾਇਦ ਸਾਡੇ ਕਣਕ ਜਾਂ ਝੋਨੇ ਨੂੰ ਇਸ ਤਰ੍ਹਾਂ ਦਾ ਕੀੜਾ ਪੈ ਗਿਆ, ਤੇ ਉਹ ਉਲਟਾ ਜਦੋਂ ਅਸੀਂ ਦਾਣੇਦਾਰ ਖਾਸ ਕਰਕੇ ਜ਼ਹਿਰ ਜਾਂ ਕੋਈ ਇਹੋ ਜਿਹੀਆਂ ਸਿੰਥੈਟਿਕ ਦਵਾਈਆਂ ਕਰਦੇ ਆ, ਉਹ ਬੇਸ਼ੱਕ ਸਾਡੇ ਜਿਹੜੇ ਨੁਕਸਾਨ ਪਹੁੰਚਾਉਣ ਵਾਲੇ ਕੀਟ ਉਹਨਾਂ ਨੂੰ ਤੇ ਮਾਰਦੀਆਂ ਨੇ, ਪਰ ਉਹਨਾਂ ਦੇ ਨਾਲ ਸਾਡੇ ਮਿੱਤਰ ਕੀਟਾਂ ਨੂੰ ਵੀ ਮਾਰ ਦਿੰਦੀਆਂ ਨੇ। ਸਰ, ਤੁਸੀਂ ਸਿੰਥੈਟਿਕ ਜ਼ਹਿਰਾਂ ਦੀ, ਦਾਣੇਦਾਰ ਜ਼ਹਿਰਾਂ ਦੀ ਗੱਲ ਕੀਤੀ ਆ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਬਾਸਮਤੀ ਦਾ ਸ਼ਾਟ ਇੱਕ ਨਹੀਂ ਦਿਖਾਉਣ। ਤੇ ਸਰ, ਇਹ ਜਿਹੜੀ ਬਾਸਮਤੀ ਦੀ ਫਸਲ ਹੈ ਇਸ ਵਕਤ ਜਿਸ ਸਟੇਜ ਤੇ ਪਹੁੰਚ ਚੁੱਕੀ ਆ, ਕੀ ਬਾਸਮਤੀ ਨੂੰ ਕਿੰਨੀ ਕੁ ਖਾਦ ਦੀ ਵਰਤੋਂ ਕਰਨੀ ਚਾਹੀਦੀ ਆ ਤੇ ਕੀ ਇਹਦੇ ਲਈ ਹੁਣ ਸੁਝਾਅ ਜਿਹੜੇ ਬਾਸਮਤੀ ਲਈ ਦਿਓਗੇ? ਪੰਨੂ ਸਾਹਿਬ, ਜਿਵੇਂ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਵੀ ਜਿਹੜੀਆਂ ਬਾਸਮਤੀ ਦੀਆਂ ਵੈਰਾਈਟੀਆਂ ਉਹਨਾਂ ਵੱਲੋਂ, ਜਾਂ ਜਿਹਦੇ ਵਿੱਚ ਪੂਸਾ 1121 ਜਾਂ 1509 ਆਪਾਂ ਲਾਉਂਦੇ ਆ, ਉਸ ਤੇ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਉਹ 36 ਕਿਲੋ ਯੂਰੀਆ 1121 ਲਈ ਕਰ ਰਹੀ ਹੈ, ਤੇ ਜਿਹੜੀ 1509 ਉਹਦੇ ਵਾਸਤੇ 54 ਕਿਲੋ 3 ਕਿਸ਼ਤਾਂ ਦੇ ਵਿੱਚ ਪਾਉਣ ਦੀ ਸਿਫਾਰਿਸ਼ ਕਰਦੀ ਹੈ। ਸੋ ਪਰ ਆਪਾਂ ਅਕਸਰ ਵੇਖਦੇ ਹਾਂ ਵੀ ਜਿਹੜੇ ਜ਼ਿਮੀਂਦਾਰ ਉਹ ਬਾਸਮਤੀ ਨੂੰ ਵੀ ਝੋਨੇ ਵਾਂਗੂ ਹੀ ਖਾਦ ਪਾਉਂਦੇ ਆ। ਜੇ ਝੋਨੇ ਨੂੰ 110 ਕਿਲੋ ਜਾਂ 2 ਬੋਰੀਆਂ 2.5 ਗੱਟੇ ਪਾਉਣੇ ਆ, ਤੇ ਉਹ ਬਾਸਮਤੀ ਨੂੰ ਵੀ ਇੰਨੀ ਖਾਦ ਹੀ ਪਾਉਂਦੇ, ਜਿਹੜਾ ਕਿ ਸਰਾਸਰ ਸਾਡੀ ਆਪਣੇ ਪੌਣ ਪਾਣੀ ਖਰਾਬ ਅਤੇ ਆਪਣਾ ਜਿਹੜਾ ਖੇਤੀ ਖਰਚਾ ਉਸ ਨੂੰ ਵਧਾਉਣ ਦਾ ਕੰਮ ਕਿਸਾਨ ਭਰਾ ਕਰ ਰਹੇ ਆ। ਇਸ ਕਰਕੇ ਇਹਨਾਂ ਨੂੰ ਬੇਨਤੀ ਕਰਦਾ ਵੀ ਜੋ ਸਿਫਾਰਿਸ਼ ਖਾਦ ਨੇ ਉਹ ਜਿਵੇਂ ਕਿ 1121 ਦੇ ਵਿੱਚ 36 ਕਿਲੋ ਤੇ 1509 ਦੇ ਵਿੱਚ 54 ਕਿਲੋ ਖਾਦ, ਇਸ ਨੂੰ ਇੰਨੀ ਮਾਤਰਾ 'ਚ ਵਰਤਿਆ ਜਾਵੇ ਤਾਂ ਜੋ ਆਪਾਂ ਆਪਣਾ ਖੇਤੀ ਖਰਚਾ ਘਟਾਉਣ ਦੇ ਨਾਲ ਆਪਾਂ ਇਸ ਤੋਂ ਵੱਧ ਝਾੜ ਲੈ ਸਕੀਏ। ਸਰ, ਦਾਣੇਦਾਰ ਜ਼ਹਿਰਾਂ ਜਿਹੜੀਆਂ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਇੱਕ ਸਾਡੇ ਭਾਰਤੀ ਚੌਲਾਂ ਨੂੰ ਜਿਹੜਾ ਵਾ ਮਤਲਬ ਜਿਹੜਾ ਵਾ ਉਹਦੇ ਲਈ ਇੱਕ ਵੱਡੀ ਮੁਸੀਬਤ ਬਣੀਆਂ ਨੇ। ਕੀ ਦਾਣੇਦਾਰ ਜ਼ਹਿਰਾਂ ਜਿਹੜੀਆਂ ਬਾਸਮਤੀ ਦੀ ਫਸਲ ਲਈ ਜਿਹੜੀਆਂ ਨੇ ਉਹ ਉਹਨਾਂ ਤੋਂ ਬਿਨਾਂ ਵੀ ਇਹ ਜਿਹੜਾ ਵਾ ਇਹਦਾ ਬਚਾਓ ਕੀਤਾ ਜਾ ਸਕਦਾ? ਬਿਲਕੁਲ ਪੰਨੂ ਸਾਹਿਬ, ਜਿਹੜੀਆਂ ਬਾਸਮਤੀ ਵਾਸਤੇ ਦਾਣੇਦਾਰ ਜ਼ਹਿਰਾਂ ਉਹ ਵੀ ਉਹਦੇ ਵਾਸਤੇ ਵੀ ਯੂਨੀਵਰਸਿਟੀ ਨੇ ਇੱਕ ਲੈਵਲ ਜਾਂ ਜਿਹਨੂੰ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਇੱਕ ਸੈੱਟ ਕੀਤਾ ਹੋਇਆ ਵੀ ਜੇ ਆਪਣੇ ਕੋਈ ਕੀਟ ਇਸ ਪੱਧਰ ਤੱਕ ਆਉਂਦਾ ਤਾਂ ਫਿਰ ਅਸੀਂ ਇਸ ਦੀ ਵਰਤੋਂ ਕਰ ਸਕਦੇ। ਪਰ ਇਸ ਦੇ ਨਾਲ ਹੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਨੂੰ ਗ੍ਰੀਨ ਲੇਬਲ ਦੀਆਂ ਕਾਫੀ ਜ਼ਹਿਰਾਂ ਸਿਫਾਰਿਸ਼ ਕੀਤੀਆਂ ਗਈਆਂ, ਜਿਵੇਂ ਕਿ ਕੋਰਾਜਨ, ਫੀਮ। ਇਹ ਜਿਹੜੀਆਂ ਦਵਾਈਆਂ ਇਹ ਬਹੁਤ ਵਧੀਆ ਰਿਜ਼ਲਟ ਦਿੰਦੀਆਂ, ਤੇ ਕਿਸਾਨਾਂ ਨੂੰ ਹਮੇਸ਼ਾ ਅਸੀਂ ਆਪਣੇ ਕਿਸਾਨ ਸਿਖਲਾਈ ਕੈਂਪ ਵੀ ਲੱਗਦੇ ਆ ਜਾਂ ਜਿਵੇਂ ਸਾਡੀਆਂ ਗੋਸ਼ਟੀਆਂ ਵੀ ਹੁੰਦੀਆਂ ਉਸ ਦੇ ਵਿੱਚ ਵੀ ਇਹਨਾਂ ਦਵਾਈਆਂ ਦੀ ਸਿਫਾਰਿਸ਼ ਕਰਦੇ ਆ। ਕਿਉਂਕਿ ਕਈ ਵਾਰੀ ਅਸੀਂ ਦੇਖਿਆ ਵੀ ਜਿਹੜਾ ਬਾਸਮਤੀ ਹੈ ਉਹ ਬਿਲਕੁਲ ਉਹਦੀ ਵਰਤੋਂ ਸਾਡੇ ਇੱਥੇ ਪੰਜਾਬ 'ਚ ਜਿਹੜੀ ਖਪਤ ਆ ਉਹ ਬਹੁਤ ਘੱਟ ਹੁੰਦੀ ਹੈ, ਪਰ ਮੇਨਲੀ ਸਾਡੀ ਇਹ ਜਿਹੜਾ ਬਾਸਮਤੀ ਦਾ ਚੌਲ ਸਾਡਾ ਐਕਸਪੋਰਟ ਹੁੰਦਾ। ਤੇ ਇਸ ਕਰਕੇ ਜਦੋਂ ਅਸੀਂ ਕੁਝ ਇਹੋ ਜਿਹੀਆਂ ਜ਼ਹਿਰਾਂ ਇਸ ਦੇ ਵਿੱਚ ਵਰਤਦੇ ਹਾਂ ਤਾਂ ਉਸ ਦਾ ਰੈਜ਼ੀਡਿਊ ਕੁਛ ਨਾ ਕੁਛ ਦਾਣਿਆਂ ਦੇ ਵਿੱਚ ਆ ਜਾਂਦਾ। ਜਦੋਂ ਉਹ ਰੈਜ਼ੀਡਿਊ ਆਉਣ ਕਰਕੇ ਅਸੀਂ ਪਿਛਲੇ 2 ਸਾਲਾਂ 'ਚ ਵੇਖਿਆ ਵੀ ਜਿਹੜੀ ਬਾਸਮਤੀ ਦੀ ਫਸਲ ਸਾਡੀਆਂ ਅਰਬ ਕੰਟਰੀਆਂ ਤੋਂ ਜਾਂ ਜਿਹੜੀਆਂ ਯੂਰਪ ਕੰਟਰੀਆਂ ਤੋਂ ਸਾਡੇ ਕਾਫੀ ਖੇਪਾਂ ਵਾਪਸ ਆਈਆਂ। ਇਸ ਕਰਕੇ ਪੰਜਾਬ ਸਰਕਾਰ ਨੇ ਇਸ ਵਾਰੀ ਇਹ ਧਈਆ ਵੀ ਕੀਤਾ ਵਾ ਜਾਂ ਇਸ ਦੇ ਸੰਬੰਧੀ ਕੈਂਪਸ ਵੀ ਲਗਾ ਰਹੇ ਨੇ ਵੀ ਜਿਹੜੀਆਂ ਜ਼ਹਿਰਾਂ ਪੰਜਾਬ ਸਰਕਾਰ ਵੱਲੋਂ ਬੈਨ ਕੀਤੀਆਂ ਗਈਆਂ ਨੇ ਉਹਨਾਂ ਦੀ ਸਾਡੇ ਦਫ਼ਤਰਾਂ ਦੇ ਵਿੱਚ ਜਾਂ ਅਸੀਂ ਵੱਖ-ਵੱਖ ਕੈਂਪਾਂ ਦੇ ਵਿੱਚ ਵੀ ਉਸ ਦੀ ਵਿਚਾਰ ਚਰਚਾ ਕਰਦੇ ਆ ਵੀ ਉਹ ਬਾਸਮਤੀ ਤੇ ਨਾ ਵਰਤੀਆਂ ਜਾਣ, ਕਿਉਂਕਿ ਇਹ ਜਿਹੜਾ ਸਾਡਾ ਪ੍ਰੋਡਿਊਸ ਆ ਇਹ ਸਾਰਾ ਸਾਡਾ ਐਕਸਪੋਰਟ ਪ੍ਰੋਡਿਊਸ ਆ। ਜੇਕਰ ਬਾਹਰਲਾ ਵਪਾਰੀ ਇਸ ਨੂੰ ਚੰਗੇ ਮੁੱਲ ਤੇ ਖਰੀਦੂਗਾ ਫਿਰ ਹੀ ਸਾਨੂੰ ਚੰਗਾ ਰੇਟ ਮਿਲ ਸਕਦਾ। ਇਸ ਕਰਕੇ ਕਿਸਾਨ ਵੀਰ ਦਾਣੇਦਾਰ ਜ਼ਹਿਰਾਂ ਜਾਂ ਜਿਹੜੀਆਂ ਗੈਰ ਸਿਫਾਰਸ਼ੀ ਜ਼ਹਿਰਾਂ ਉਹ ਬਾਸਮਤੀ ਦੀ ਫਸਲ ਤੇ ਖਾਸ ਕਰਕੇ ਨਾ ਵਰਤਣ। ਸਰ, ਇੱਕ ਆਖਰੀ ਸਵਾਲ ਹੈ ਕਿ ਕਿਸਾਨ ਜਿੱਥੇ ਅੱਗੇ 2, 2.5 ਜਾਂ
ਤਿੰਨ ਜਿਹੜਾ ਕੱਟੇ ਆ ਝੋਨੇ ਵਾਸਤੇ ਜਾਂ ਬਾਸਮਤੀ ਵਾਸਤੇ ਕੋਈ 1-2 ਕੱਟੇ ਖਾਦ ਦੀ ਵਰਤੋਂ ਕਰਦਾ ਸੀ। ਹੁਣ ਨਾ ਕਿਸਾਨਾਂ ਵੱਲੋਂ 5-5 ਕੱਟੇ ਤੱਕ ਯੂਰੀਆ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਦੇ ਵਿੱਚ ਇਹ ਭਰਮ ਹੈ ਕਿ ਇਹਦੀ ਜਿਹੜੀ ਖਾਦ ਦੇ ਬੈਗ ਦੇ ਵਿੱਚ ਅੱਗੇ 50 ਕਿਲੋ ਮਾਤਰਾ ਹੁੰਦੀ ਸੀ, ਉਹ 5 ਕਿਲੋ ਘਟਾ ਦਿੱਤੀ ਗਈ ਹੈ, ਸ਼ਾਇਦ 45 ਕਰ ਦਿੱਤੀ ਗਈ ਆ, ਜਾਂ ਖਾਦ ਦੀ ਕੋਈ ਕੁਆਲਿਟੀ 'ਚ ਫਰਕ ਆ ਗਿਆ ਵਾ, ਜਿਹਦਾ ਕਰਕੇ ਕਿਸਾਨ ਧੜੇ ਦੀ ਵਰਤੋਂ ਵਧਾ ਰਹੇ ਆ। ਕੀ ਇਹਦੇ ਬਾਰੇ ਸੁਝਾਅ ਦੇਣਾ ਚਾਹੋਗੇ? ਮੈਂ ਤੁਹਾਡੇ ਚੈਨਲ ਜਾਂ ਇਸ ਮਾਧਿਅਮ ਰਾਹੀਂ ਕਿਸਾਨਾਂ ਨੂੰ ਇਹੋ ਹੀ ਅਪੀਲ ਕਰਨਾ ਚਾਹਾਂਗਾ ਵੀ ਕਿਸਾਨ ਭਰਾਓ, ਜਿਹੜਾ ਵੀ ਯੂਰੀਆ ਦਾ ਗੱਟਾ ਵਾ ਉਸ ਦੇ ਵਿੱਚ 1 ਕਿਲੋ ਮਤਲਬ ਜਿਵੇਂ 100 ਕਿਲੋ ਯੂਰੀਆ, ਉਹ 'ਚ ਜਿਹੜੀ ਨਾਈਟ੍ਰੋਜਨ ਤੱਤ ਆ ਉਹ 46% ਹੁੰਦਾ। ਉਹ ਜਦੋਂ ਸਾਡਾ 50 ਕਿਲੋ ਦਾ ਗੱਟਾ ਸੀ ਉਦੋਂ ਵੀ 46% ਸੀ, ਤੇ ਹੁਣ ਜਦੋਂ ਉਹ 45 ਕਿਲੋ ਦਾ ਉਹ ਵੀ 46% ਹੀ ਆ। ਸਿਰਫ ਸਾਡੇ ਕਿਸਾਨਾਂ ਦੇ ਵਿੱਚ ਇੱਕ ਇਹ ਵਹਿਮ ਜਾਂ ਕੁਛ ਜਿਹੜੇ ਕੰਪਨੀਆਂ ਜਾਂ ਕੁਛ ਜਿਹੜੇ ਖਾਦ ਵਿਕਰੇਤਾ ਉਹ ਇਹੋ ਜਿਹਾ ਪ੍ਰਚਾਰ ਕਰਦੇ ਆ ਵੀ ਨਹੀਂ ਜੀ, ਉਹ ਹਰ ਗੱਲ ਦਾ ਉਹਨਾਂ ਕੋਲ ਹੱਲ ਸਿਰਫ ਯੂਰੀਆ ਹੀ ਆ। ਬੇਸ਼ੱਕ ਯੂਰੀਆ ਇੱਕ ਸਾਡੀ ਲੋੜ ਆ, ਇਹ ਸਬਸਿਡਾਈਜ਼ਡ ਖਾਦ ਹੈਗੀ ਆ, ਇਹ ਸਿਰਫ ਫਸਲ ਨੂੰ ਵਧਣ ਫੁੱਲਣ ਵਾਸਤੇ ਚਾਹੀਦੀ ਆ। ਪਰ ਜੇਕਰ ਤੁਸੀਂ ਲੋੜ ਤੋਂ ਵੱਧ ਜਾਂ ਸਿਫਾਰਿਸ਼ ਤੋਂ ਵੱਧ ਕਿਸੇ ਵੀ, ਮੈਂ ਝੋਨੇ ਦੀ ਗੱਲ ਨਹੀਂ ਕਰਦਾ, ਜਾਂ ਕਣਕ ਜਾਂ ਹੋਰ ਗੰਨਾ ਕਮਾਦ ਕੋਈ ਵੀ ਤੁਸੀਂ ਫਸਲ ਲਾਉਂਦੇ ਜੇ, ਜਦੋਂ ਵੀ ਤੁਸੀਂ ਲੋੜ ਤੋਂ ਵੱਧ ਕੋਈ ਵੀ ਯੂਰੀਆ ਪਾਉਂਦੇ ਜੇ, ਉਹ ਫਾਇਦਾ ਘੱਟ ਕਰਦਾ ਵਾ ਪਰ ਨੁਕਸਾਨ ਜ਼ਿਆਦਾ ਕਰਦਾ। ਵੱਧ ਯੂਰੀਆ ਪਾਉਣ ਦੇ ਨਾਲ ਸਾਡੀ ਫਸਲ ਦੇ ਵਿੱਚ ਅਗੇਤੇ ਕੀਟ ਬਿਮਾਰੀਆਂ ਦਾ ਪ੍ਰਵਾਹ ਜਲਦੀ ਆਉਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਮੈਂ ਕਿਸਾਨ ਭਰਾਵਾਂ ਨੂੰ ਆਪ ਜੀ ਦੇ ਚੈਨਲ ਦੁਆਰਾ ਇੱਕ ਅਪੀਲ ਵੀ ਕਰਨਾ ਚਾਹੁੰਦਾ, ਕਿਸਾਨ ਭਰਾਵੋ, ਜੇ ਖੇਤੀਬਾੜੀ ਯੂਨੀਵਰਸਿਟੀ 110 ਕਿਲੋ ਯੂਰੀਆ ਦੀ ਸਿਫਾਰਿਸ਼ ਕਰਦੀ ਝੋਨੇ ਦੇ ਵਿੱਚ, ਤਾਂ ਉਹਨਾਂ ਨੇ ਕਾਫੀ ਸਾਲਾਂ ਦੇ ਤਜਰਬਿਆਂ ਤੋਂ ਬਾਅਦ ਇਹ ਚੀਜ਼ਾਂ ਸਿਫਾਰਿਸ਼ ਕੀਤੀਆਂ ਹੋਈਆਂ ਵਾ। ਤੇ ਆਪਾਂ ਜਿਹੜੀ ਵੀ ਕੋਈ ਦਵਾਈ ਜਾਂ ਕੋਈ ਚੀਜ਼ ਵੀ ਪਾਉਣੀ ਆ, ਉਹ ਅਸੀਂ ਉਹਨਾਂ ਦੀ ਸਿਫਾਰਿਸ਼ਾਂ ਦੇ ਮੁਤਾਬਕ ਹੀ ਪਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਸਾਡਾ ਖਰਚਾ ਵੀ ਘੱਟ ਸਕੇ ਤੇ ਅਸੀਂ ਇਸ ਆਪਣੀ ਫਸਲ ਤੋਂ ਵੱਧ ਆਮਦਨ ਜਾਂ ਵੱਧ ਝਾੜ ਲੈ ਸਕੀਏ। ਸਰਦਾਰ ਗੁਰਦੀਪ ਸਿੰਘ ਜੀ, ਆਪਣੇ ਵਡਮੁੱਲੇ ਵਿਚਾਰ ਕਿਸਾਨਾਂ ਤੱਕ ਪਹੁੰਚਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਬਹੁਤ ਬਹੁਤ। ਇਹ ਸਨ ਜੀ ਸਰਦਾਰ ਗੁਰਦੀਪ ਸਿੰਘ, ਸਹਾਇਕ ਖੇਤੀਬਾੜੀ ਵਿਕਾਸ ਅਧਿਕਾਰੀ ਭਿੱਖੀਵਿੰਡ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਜਿਹੜੇ ਆ ਝੋਨੇ ਅਤੇ ਬਾਸਮਤੀ ਦੀ ਫਸਲ ਨੂੰ ਲੈ ਕੇ ਕਿਸਾਨਾਂ ਲਈ ਰੱਖੇ ਨੇ। ਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਕਿਸਾਨਾਂ ਨੂੰ ਜਿਹੜੀ ਆ ਸਹੀ ਤੇ ਸੱਚੀ ਜਾਣਕਾਰੀ ਜਿਹੜੀ ਆ ਮਿਲ ਸਕੇ। ਹੁਣ ਇਹ ਪ੍ਰੋਗਰਾਮ ਨੂੰ ਖਤਮ ਕਰਦੇ ਆ ਤੇ ਅਗਲਾ ਪ੍ਰੋਗਰਾਮ ਫੇਰ ਕਿਸੇ ਦਿਨ ਹੋਰ ਕਿਸੇ ਫਸਲ ਨੂੰ ਲੈ ਕੇ ਜਾਂ ਹੋਰ ਕਿਸੇ ਖੇਤੀਬਾੜੀ ਮੁੱਦੇ ਨੂੰ ਲੈ ਕੇ ਜਿਹੜਾ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਵਿੰਦਰ ਸਿੰਘ ਭਾਟੀਆ ਦੇ ਨਾਲ ਪਿਸ਼ੌਰਾ ਸਿੰਘ ਪੰਨੂ ਦੀ ਰਿਪੋਰਟ।